दसो कि मिसाल के तौर पर मैं तुहाडे कोलों एक बाली लीती एक तोले दी जी जी अज दा रेट है अगर तोले दा 2 लाख ते की रेट है 2 लाख 1,000 जी जी 2 लाख 1,000 रुपया तोले दा रेट है घाट दा जी मैं बाली लीती एक तोले दी लैके मैं दरवाजे तो बाहर गया ਤੇ ਥੋੜੀ ਦੇਰ ਬਾਅਦ ਵਾਪਸ ਸਾਨੂੰ ਵੇਚਣ ਆ ਗਿਆ ਤਾਂ ਕਿੰਨੇ ਦੀ ਰਹਿ ਜਾਂਦੀ ਹੈ। ਹੁਣ ਦੇਖੋ ਮਿਸਾਲ ਦੇ ਤੌਰ ਤੇ ਇਹ ਤੁਹਾਨੂੰ ਮੈਂ ਇੱਕ ਦੱਸਣਾ ਚਾਹਨਾ ਕਿ ਦੇਖੋ ਇਹ ਇੱਕ ਮੱਲ ਹੈ ਸੁਨਿਆਰੇ ਕਿਸ ਤਰ੍ਹਾਂ ਕਰਦੇ ਨੇ ਇਹ ਫਾਰੇਗੇ 골ਡ ਦੀ ਮੱਲ ਹੈ ਤੁਹਾਨੂੰ ਇਹਦਾ ਮੈਂ ਖੋਲ ਕੇ ਇਹਦਾ ਤੁਹਾਨੂੰ ਵਜ਼ਨ ਅਗਰ ਤੁਹਾਡਾ ਕੈਮਰਾ ਮੈਂ ਦਿਖਾਉਂਦਾ ਮੈਂ ਤੁਹਾਨੂੰ ਇਹਦਾ ਥੋੜਾ ਵਜ਼ਨ ਵੇਟ ਕਰਾਣਾ ਵਜ਼ਨ ਕਰਾਣਾ ਇਹ ਦੇਖੋ ਜੀ ਇਹ 0 ਹੈ ਠੀਕ ਹੈ ਤੇ ਇਹ ਉਹਦਾ ਵਜ਼ਨ ਹੈ देखो ए 9.180 मिलीग्राम ए माला दा वजन है 9.180 मिलीग्राम हुन चूंकि जो कस्टमर ने पहले मैं एक चीज भी बता कि एक तोले के अंदर 11.664 मिलीग्राम जी जी बिल्कुल 11.664 मिलीग्राम ਦਾ ਇੱਕ ਤੋਲਾ ਹੁੰਦਾ 9 ग्राम 180 मिलीग्राम ਜਦੋਂ ਕਸਟਮਰ ਨੇ ਸਾਡੇ ਕੋਲ ਆਣਾ ਨਾ ਤੇ ਉਹਨੇ ਕਹਿਣਾ ਜੀ ਇਹ ਕਿੰਨਾ ਸੀ ਕਹਿੰਦਾ ਤੋਲੇ ਦੀ ਮਾਲ ਹੈ ਅੱਛਾ ਅਸੀਂ ਨਹੀਂ ਉਹਨੂੰ ਕਹਿਣਾ ਹੈ ਕਿ 9.180 ਮਿਲੀਗ੍ਰਾਮ ਦੀ ਕਸਟਮਰ ਨੂੰ ਨਹੀਂ ਜ਼ਿਆਦਾ ਅਸੀਂ ਉਹਨੂੰ ਕਹਿਣਾ ਤੋਲਾ ਸੀ ਇਹਦੇ ਅੰਦਰ ਹੀ ਪਾਲਿਸ਼ ਮਜ਼ਦੂਰੀਆਂ ਇਹਦੇ ਅੰਦਰ ਹੀ ਅਸੀਂ ਐਡ ਕਰ ਲਈਆਂ ਉਹ ਐਡ ਕਰਨ ਤੋਂ ਬਾਅਦ ਜ਼ਿਆਦਾਤਰ ਸੁਨਿਆਰੇ ਜਿਹੜੇ ਦੇਖੋ ਜਿਨ੍ਹਾਂ ਦੇ ਕਸਟਮਰ ਜ਼ਿਆਦਾ ਲੱਗੇ ਹੁੰਦੇ ਜਿਹੜਾ ਉਹਨਾਂ ਦੇ ਅੰਦਰ ਇਤਬਾਰ ਕਰਦੇ ਨੇ ਕਿਸੇ ਹੋਰ ਤੋਂ ਪਤਾ ਨਹੀਂ ਕਰਦੇ ਉਹ ਕੀ ਕਰਦੇ ਨੇ ਉਹ ਉਹਨਾਂ ਨੂੰ ਪਰਚੀਆਂ ਮਜ਼ਦੂਰੀਆਂ ਲਾ ਦਿੰਦੇ ਨੇ ਪਾਲਿਸ਼ਾਂ ਲਾ ਦਿੰਦੇ ਨੇ ਤੇ ਉਹ ਤੋਲੇ ਦੀ ਚੀਜ਼ ਨਾ ਹੋਣ ਦੇ ਬਾਵਜੂਦ ਤੋਲੇ ਤੋਂ ਵੀ ਉੱਪਰ ਚੱਲ ਜਾਂਦੀ ਹੈ ਯਾਨੀ ਕਿ ਇਹ 9 ਗ੍ਰਾਮ ਦੀ ਜਿਹੜੀ ਮਾਲਾ ਹੈ ਇਹ ਤਕਰੀਬਨ ਇੱਕ ਤੋਲੇ ਦੇ ਰੇਟ ਤੇ ਪਈ ਉਹਨੂੰ ਕਸਟਮਰ ਤੋਲੇ ਤੋਂ ਵੀ ਉੱਪਰ ਚੱਲ ਜਾਂਦੀ ਹੈ ਅੱਛਾ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਪੁੱਛਣਾ ਤੁਹਾਡੀ ਗੱਲ ਇਸ ਤੋਂ ਬਾਅਦ ਫਿਰ ਜਾਰੀ ਰੱਖਾਂਗੇ ਅੱਛਾ ਇਹਦੇ ਅੰਦਰ ਉਹ ਨਗ ਵਗੈਰਾ ਨਹੀਂ ਹੈ ਨਹੀਂ ਇਹਦੇ ਅੰਦਰ ਨਗ ਨਹੀਂ ਹੈ ਜਿਹੜੇ ਨਗ ਵਾਲੀ ਮਾਲਾ ਨੇ ਸਾਡੇ ਕੋਲ ਮੌਜੂਦ ਨੇ ਨਗ ਵਾਲੀ ਦਿਖਾਈ ਯਾਰ ਅੱਛਾ ਚਲੋ ਇਹ ਗੱਲ ਵੀ ਨਾਲ ਦੱਸ ਅੱਛਾ ਜੀ ਪਹਿਲੇ ਤੇ ਇਹ ਯਾਨੀ ਕਿ ਤਕਰੀਬਨ ਕਿੰਨਾ ਫਰਕ ਪੈ ਗਿਆ ਜੀ ਯਾਨੀ ਕਿ ਉਹਨੂੰ ਤੇ ਬੈਠੇ ਸਿਰਫ ਵਜ਼ਨ ਨਾ ਚੈੱਕ ਕਰਨ ਦੀ ਵਜ੍ਹਾ ਤੋਂ ਅਗਰ ਉਹਨੂੰ ਰੇਟ ਅਸੀਂ 2 ਲੱਖ ਰੁਪਏ ਚਲੋ ਰੇਟ ਲਗਾ ਲੈਂਦੇ ਆ ਜੀ ਜੀ 2 ਲੱਖ ਰੁਪਏ ਤਕਰੀਬਨ ਉਹਨੂੰ 40 ਤੋਂ 45,000 ਰੁਪਏ ਦਾ ਜਿਹੜਾ ਨਾ ਉਹਨੂੰ ਇਹਦੇ ਤੇ ਜਿਹੜਾ ਨਾ ਉਹਨੂੰ ਠੁੱਕ ਜਾਂਦਾ 34-35,000 ਰੁਪਏ ਜੀ ਜਦੋਂ ਇਹ ਪੈਣੀ ਨਾ ਵਿੱਚ ਨਾਲ ਮਜ਼ਦੂਰੀਆਂ ਪੈਣੀਆਂ ਤੇ ਫਿਰ ਤਕਰੀਬਨ 40 ਤੱਕ ਚੱਲ ਜਾਣਾ ਅਸੂਲ ਕੀ ਬਾਜ਼ਾਰ ਦਾ ਇਹਦੇ ਤੇ ਜਿਹੜਾ ਨਾ ਇੱਕ ਤੋਲੇ ਤੇ ਇੱਕ ਮਾਸ਼ਾ ਅਸੂਲ ਚੱਲ ਰਿਹਾ ਇੱਕ ਤੋਲੇ ਤੇ ਇੱਕ ਮਾਸ਼ਾ ਇੱਕ ਤੋਲੇ ਤੇ ਇੱਕ ਮਾਸ਼ਾ ਤੋਲੇ ਤੇ ਇੱਕ ਮਾਸ਼ਾ ਹੀ ਲਗਾਉਂਦੇ ਨੇ ਅਸੀਂ ਬਾਜ਼ਾਰ ਤੇ ਇੱਕ ਤੋਲੇ ਤੇ ਇੱਕ ਮਾਸ਼ਾ ਹੀ ਲਗਾਈਦਾ ਠੀਕ ਹੈ ਲੇਕਿਨ ਜ਼ਿਆਦਾਤਰ ਜਿਹੜੇ ਜਿੰਨੀਆਂ ਕਹਿੰਦੇ ਨਾ ਉੱਚੀ ਦੁਕਾਨ ਫਿੱਕਾ ਪਕਵਾਨ ਵੀ ਕੰਮ ਚੱਲਦਾ ਤੁਸੀਂ ਵੱਡੀਆਂ ਦੁਕਾਨਾਂ ਲਾ ਲਓ ਦੇਖੋ ਮੈਂ ਨਾਮ ਤੇ ਨਹੀਂ ਲਵਾਂਗਾ ਸੈਲਟੋਨ ਦੇ ਵਿੱਚ ਬੜੀਆਂ ਵੱਡੀਆਂ ਦੁਕਾਨਾਂ ਲੈਣਾ ਤੁਸੀਂ ਅਗਰ ਇਹ ਸਮਝਦੇ ਹੋ ਕਿ ਅਗਰ ਅਸੀਂ ਐਡੀ ਕਿ ਛੁਰੀ ਰੱਖੀ ਹੈ ਨਾ ਛੋਟੀ ਦੁਕਾਨ ਲੈਣਾ ਤੇ ਜਿਹੜਾ ਵੱਡਾ ਦੁਕਾਨਦਾਰ ਉਹਨੇ ਵੱਡੀ ਛੁਰੀ ਰੱਖੀ ਹੋਈ ਹੈ ਛੁਰੀ ਤੁਸੀਂ ਵੀ ਰੱਖੀ ਹੋਈ ਛੁਰੀ ਦੇਖੋ ਛੁਰੀ ਤੋਂ ਬਗੈਰ ਸੁਨਿਆਰਾ ਨਹੀਂ ਹੈ ਛੁਰੀ ਤੋਂ ਬਗੈਰ ਸੁਨਿਆਰਾ ਕੋਈ ਨਹੀਂ ਦੇਖੋ ਜਿਨੇ ਆਣਾ ਹੈ ਨਾ ਉਹਨੇ ਸੁਨਿਆਰੇ ਕੋਲੋਂ ਕੁਝ ਲੈ ਕੇ ਨਹੀਂ ਜਾਣਾ ਉਹਨੇ ਸੁਨਿਆਰੇ ਨੂੰ ਦੇ ਕੇ ਜਾਣਾ ਅੱਛਾ ਬਰਦਰ ਇੱਕ ਦੂਸਰੇ ਪਾਸੇ ਤੁਸੀਂ ਤੇ ਚਲੋ 9 ਗ੍ਰਾਮ ਦੀ ਮਾਲਾ ਤੋਲੇ ਦੀ ਕਰਕੇ ਉਹ ਲੈ ਗਿਆ ਕਸਟਮਰ ਫਿਰ ਉਹ ਵੇਚਣ ਆ ਗਿਆ ਤੁਹਾਡੇ ਕੋਲ ਫਿਰ ਤੁਸੀਂ ਕੀ ਕੱਟੋਗੇ ਫਿਰ ਅਸੀਂ ਜਿਹੜਾ ਇਹਦਾ ਟੋਟਲ ਜਿਹੜਾ ਵਜ਼ਨ ਹੈ ਨਾ ਜਾਂ 9.180 ਗ੍ਰਾਮ ਤੁਹਾਡੇ ਕੈਮਰਾਮੈਨ ਨੇ ਦਿਖਾਇਆ ਅਸੀਂ ਇਹਦਾ ਉਹੀ weight ਦੇ ਹਿਸਾਬ ਨਾਲ ਵਾਪਸੀ ਲਵਾਂਗੇ ਨਾਲ ਇਹਦੇ ਜਿਹੜਾ ਨਾ ਕਾਟ ਕਟਾਂਗੇ ਇਹਦੀ ਪਾਲਿਸ਼ ਮਜ਼ਦੂਰੀ ਅੱਛਾ ਯਾਨੀ ਕਿ ਕਾਰਡ ਜਿਹੜੀ ਤੁਸੀਂ ਕੱਟੋਗੇ ਉਹ 9 ਗ੍ਰਾਮ ਦੇ ਵਜ਼ਨ ਤੋਂ ਕੱਟੋਗੇ 9 ਗ੍ਰਾਮ ਦੇ ਚੋਂ ਮੈਨੂੰ ਥੋੜੀ ਜਿਹੀ ਪਰਚੀ ਤੇ ਬਣਾ ਕੇ ਦਿਓ ਇਹ ਤੁਸੀਂ ਮਾਲਾ ਪਹਿਲੇ ਮੈਨੂੰ ਵੇਚੋ ਤੁਸੀਂ ਸਮਝ ਲਵੋਗੇ ਅਗਰ ਤੋਲੇ ਦੀ ਅਸੀਂ ਤੁਹਾਨੂੰ ਦਿੰਨੇ ਆ ਹਾਂ ਤੋਲੇ ਦੀ ਮੈਨੂੰ ਬਣਾ ਕੇ ਦਿਓ ਤੇ ਇਹ 2,01,000 ਰੁਪਏ ਦੀ ਜਿਹੜੀ ਨਾ ਤੁਹਾਨੂੰ ਇਹ ਮਾਲਾ ਮੈਨੂੰ ਤੁਸੀਂ ਦੇ ਦਿੱਤੀ ਤੁਹਾਨੂੰ ਦਵਾਂਗੇ ਅਸੀਂ ਠੀਕ ਹੈ ਇਹ ਮੈਂ ਲੈ ਲਈ 2,01,000 ਰੁਪਏ ਦੀ ਅੱਛਾ 2,01,000 ਰੁਪਏ ਦੀ ਮੈਂ ਲੈ ਲਈ ਜੀ ਜੀ ਬਿਲਕੁਲ ਇਹ ਮੈਂ ਤੁਹਾਨੂੰ ਵੇਚਣ ਆਇਆ ਵਾਂ ਸੇਮ ਰੇਟ ਹੈ 9.180 ਇਹ ਤਕਰੀਬਨ ਸਮਝ ਲਓ ਕਿ ਤੁਹਾਨੂੰ ਜਿਹੜਾ ਨਾ 65,000 ਰੁਪਏ ਚੋਂ ਕੱਟ ਜਾਣਾ ਅੱਛਾ ਕਿੰਨੇ ਦੀ ਵੇਚੀ ਸੀ ਮੈਨੂੰ ਤੁਸੀਂ 2,01,000 ਰੁਪਏ ਦੀ ਔਰ ਜਦੋਂ ਤੁਸੀਂ ਲੈ ਰਹੇ ਹੋ ਕਿੰਨੇ ਦੀ ਲੈ ਰਹੇ ਹੋ 65,000 ਰੁਪਏ ਲਾਸ ਦੇ ਸਮਝ ਲਓ ਕਿ 2,01,000 ਨਫੀ 65,000 ਇਹ ਤੁਹਾਨੂੰ 1,36,000 ਰੁਪਏ ਦੀ ਜਿਹੜੇ ਤੁਹਾਡੇ ਕੋਲ ਵਾਪਸੀ ਹੋਣੀ ਅੱਛਾ ਸਿਰਫ ਮੇਰਾ ਜੁਰਮ ਇਹ ਸੀ ਕਿ ਮੈਂ ਲੈ ਕੇ ਚਲਾ ਗਿਆ ਤੁਹਾਡੇ ਕੋਲ ਦੇਖੋ ਜੀ ਜਦੋਂ ਤੁਸੀਂ ਲੈ ਕੇ ਜਾਣਾ ਨਾ ਤੇ ਜ਼ਾਹਿਰ ਬਾਤ ਹੈ ਤੁਸੀਂ ਇਸਤੇਮਾਲ ਨਹੀਂ ਕਰਨੀ ਇਹ ਤੁਸੀਂ ਜਾ ਕੇ ਦੇ ਦੇਣੀ ਹੈ ਘਰ ਅੱਗੇ ਜਦੋਂ ਘਰਦਿਆਂ ਨੇ ਸੇਲ ਆਊਟ ਕਰਨਾ ਹੈ ਨਾ ਤੇ ਉਹਨਾਂ ਨੇ ਤੁਹਾਨੂੰ ਦੱਸਣਾ ਵੀ ਨਹੀਂ ਹੈ ਹਾਂ ਉਹਨਾਂ ਨੇ ਆਣਾ ਪਰਸਨਲੀ ਆਂਦੀਆਂ ਜਿਹੜੀਆਂ ਸਾਡੇ ਕੋਲ ਜ਼ਿਆਦਾਤਰ ਆਂਦੀ ਬੀਬੀਆਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਬੰਦੇ ਨੂੰ ਨਾ ਪਤਾ ਚੱਲੇ ਤੇ ਸਾਡੇ ਕਿਸੇ ਘਰ ਦੇ ਨੂੰ ਨਾ ਪਤਾ ਚੱਲੇ ਸਾਡਾ ਸੇਲ ਉਹ ਫਿਰ ਵਜ਼ਨ ਸ਼ਦਨ ਨਹੀਂ ਦੇਖਦੀਆਂ ਨਹੀਂ ਉਹ ਇਤਬਾਰ ਸੁਨਿਆਰੇ ਤੇ ਰੱਖਦੇ ਸੁਨਿਆਰੇ ਦੀ ਅਗਲੇ ਤਾਂ ਬਰਤਨ ਸੇਮ ਬੰਦਾ ਹੀ ਵਾਪਸ ਆ ਜਾਂਦਾ ਹੈ ਤੇ ਫਿਰ ਵੀ ਇੰਨੇ ਦੀ ਲੈਣੀ ਦੇਖੋ ਜੀ ਬੱਕਰੇ ਕੀ ਮਾਂ ਨੇ ਕਬ ਤੱਕ ਖੈਰ ਮਨਾਨੀ ਹੈ ਉਹਨੇ ਛੁਰੀ ਥੱਲੇ ਹੀ ਆਣਾ ਅੱਛਾ
ਠੀਕ ਹੈ। ਤੇ ਇਹ ਜਿਹੜਾ ਨਾ ਤੁਸੀਂ ਜੇ ਅਗਰ ਆਣਾ ਨਾ ਤੁਸੀਂ ਸਾਨੂੰ ਦੇ ਕੇ ਜਾਣਾ, ਤੁਸੀਂ ਸਾਡੇ ਕੋਲ ਕੁਝ ਲੈ ਕੇ ਨਹੀਂ ਜਾ ਸਕਦੇ। ठीक है। ਇਹ ਮੈਂ ਆਪਣੀ ਮਿਸਾਲ ਨਹੀਂ ਦੇ ਰਿਹਾ, ਇਹ ਟੋਟਲ यानी कि अगर आज सोना 2 लाख रुपया तोला है तो ये सोने का रेट अगर बढ़ भी जाता है थोड़ा जिहा, ਜੀ ਉਹਨਾਂ ਉਹ ਕੋਈ ਵੀ 2-3 ਹਜ਼ਾਰ ਰੁਪਏ ਕਰਨਾ ਦਾ ਹੈ। ਨਹੀਂ, 2-3 ਹਜ਼ਾਰ ਰੁਪਏ ਦਾ ਅਗਰ ਹੁੰਦਾ ਉਹ अच्छा फर्क करो, मैं जरा ऑडियंस ਨੂੰ ਸਮਝਾਉਣ ਵਾਸਤੇ ਚਾਹ ਰਿਹਾ ਹਿਸਾਬ ਜਰਾ ਇੱਕ ਹਿਸਾਬ ਤੋਂ ਛੋਟਾ ਜਿਹਾ ਹੋਰ ਕਰ ਦਿਓ। ਮੈਂ ਫਰਕ ਕਰੋ ਤੁਹਾਡੇ ਕੋਲ 2 ਲੱਖ 1000 ਰੁਪਏ ਦੀ ਲਿੱਤੀ ਇਹ ਮਾਲਾ, ਰੇਟ ਹੋ ਗਿਆ 2.5 ਲੱਖ ਰੁਪਇਆ ਤੋਲਾ, ਜੀ ਜੀ ਤੇ ਉਸ ਰੇਟ ਨੂੰ ਵਾਪਸ ਕਰਨ ਆਇਆ ਮੈਂ ਤੇ ਕਿੰਨੇ ਦੀ ਲਵੋਗੇ? ਰੇਟ ਅੱਜ ਦਾ ਤੁਸੀਂ ਰੇਟ ਵਾਪਸ ਦਾ ਰੇਟ ਸਮਝ ਲਓ 2.5 ਲੱਖ ਹੋ ਗਿਆ, ਜੀ, ਕਿੰਨੇ ਦੀ ਬਣੇਗੀ? ਅਗਰ ਅੱਜ ਦਾ ਰੇਟ 2.5 ਲੱਖ ਰੁਪਇਆ ਵੀ ਹੋ ਗਿਆ ਨਾ, ਫਿਰ ਵੀ ਤੁਹਾਡੇ ਜੇ ਨਾ ਪੈਸੇ ਤੁਹਾਡੇ ਕੋਲ ਪੈਸੇ ਘਟਣਗੇ ਹੀ, ਤੁਸੀਂ ਪੈਸੇ ਹੱਥੋਂ ਨਹੀਂ ਲੈ ਯਾਨੀ ਸਕਦੇ। ਕਿ ਉਹਦਾ ਮਤਲਬ ਹੈ ਫੇਰ ਵੀ ਤਕਰੀਬਨ ਮੈਂ 1 ਲੱਖ ਦੇਖੋ ਜੀ ਫਿਰ ਵੀ ਤੁਹਾਨੂੰ 15,000 ਰੁਪਏ ਲਾਸ ਹੋ ਦੀ ਜਾਏਗਾ। 80-85 ਜਿੱਥੇ ਤੁਹਾਨੂੰ 65,000 ਰੁਪਏ ਲਾਸ ਹੋ ਰਿਹਾ ਸੀ, ਉਹਦੀ ਤੁਹਾਨੂੰ 15,000 ਰੁਪਏ ਲਾਸ ਹੋ ਜਾਏਗਾ। ਜਦੋਂ ਗਾਹ ਖਰੀਦਦਾਰੀ ਕਰਨ ਜਾਏ ਫਿਰ ਕੀ ਕਰੇ? ਗਾਹਕ ਨੂੰ ਖਰੀਦਦਾਰੀ ਕਰਨ ਵਾਸਤੇ ਸਭ ਤੋਂ ਪਹਿਲੇ ਤੇ ਇੱਕ ਚੀਜ਼ ਜਿਹੜੀ ਬੜੀ ਅਹਿਮ ਹੈ ਉਹ ਹੈ ਕਿ ਗਾਹਕ ਨੂੰ ਕਦੀ ਸਟੋਨ ਵਾਲੀਆਂ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ। ਨਗੀਨੇ ਵਾਲੀਆਂ ਨਗੀਨੇ ਵਾਲੀ ਸਟੋਨ ਵਾਲੀ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਸਰਾਸਰ ਲਾਸ ਹੁੰਦਾ ਹੈ ਕਸਟਮਰ ਦਾ। ਰਿਆਜ਼ ਭਾਈ ਇਹ ਰਿੰਗਾਂ ਨਿਕਾਲ ਕੇ ਦਿਖਾਓ ਜਰਾ। ਆ ਦੇਖੋ ਜੀ, ਜੈਸੇ ਕਿ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਸਟੋਨ ਵਾਲੀ ਰਿੰਗਸ ਨੇ, ਸਟੋਨ ਵਾਲੀ ਰਿੰਗਸ ਨੇ। ਜਦੋਂ ਅਸੀਂ ਸਟੋਨ ਵਾਲੀ ਰਿੰਗਸ ਨੂੰ ਕਸਟਮਰ ਨੂੰ ਦੇਣਾ ਹੈ ਨਾ, ਤੇ ਉਦੋਂ ਅਸੀਂ ਇਹਨੂੰ ਸਾਰੇ ਨੂੰ ਸੇਲ ਆਊਟ ਕਰਨਾ ਹੈ ਸੋਨੇ ਦੇ ਰੇਟ 'ਚ। ਜਦੋਂ ਅਸੀਂ ਇਹਨੂੰ ਸੋਨੇ ਦੇ ਰੇਟ ਦੇ ਵਿੱਚ ਸੇਲ ਆਊਟ ਕਰਨਾ ਹੈ ਨਾ, ਤੇ ਇਹਦੀ ਜਦੋਂ ਕੱਲ ਨੂੰ ਉਹਨੇ ਵਾਪਸ ਕਰਨੇ ਆਣਾ ਨਾ, ਤੇ ਉਦੋਂ ਅਸੀਂ ਇਹਦੀ ਕਾਟ ਕੱਢ ਲੈਣੀ। ये तो आम होता है बाजार में, ਅਸੀਂ ਦੇਣਾ ਹੈ ਸੋਨੇ ਦੇ ਭਾਅ। लेकिन मतलब कस्टमर को सियाना भी आ जाता ना कि मैंने नगीने दे ਦੇਖੋ ਉਹ ਜਿਹੜਾ ਕਸਟਮਰ ਸਿਆਣਾ ਹੁੰਦਾ ਨਾ, ਉਹ ਹੈ 골ਡ ਦੀ ਰਿੰਗ ਲੈਂਦਾ ਜਿਹਦੇ ਅੰਦਰ ਕੋਈ ਸਟੋਨ ਨਹੀਂ ਲੱਗਾ ਹੁੰਦਾ। ਜਦੋਂ ਇਹ ਲੱਗਾ ਹੁੰਦਾ ਤੇ ਉਹ ਅਗਰ ਸਿਆਣਾ ਤੇ ਅਸੀਂ 1.5 ਆ, ਅਸੀਂ ਉਹਨੂੰ ਇਹਦੀ ਪਾਲਿਸ਼ ਇਹਦੀ ਨਿਸਬਤ ਜ਼ਿਆਦਾ ਲਾ ਦੇਦੀ ਹੈ, ਇਹਦੀ ਪਾਲਿਸ਼ ਮਜ਼ਦੂਰੀ ਜ਼ਿਆਦਾ ਲਾ ਦੇਦੀ ਹੈ, ਕਿਉਂਕਿ ਇਹ ਨਿੱਗਰ ਖਾਲਸ 골ਡ ਹੈ। ਗੱਲ ਉੱਥੇ ਚਲੀ ਜਾਂਦੀ ਹੈ, ਗੱਲ ਉੱਥੇ ਚਲੀ ਜਾਂਦੀ ਹੈ। ਛੁਰੀ ਭਰਵਾਏ ਬਗੈਰ ਨਹੀਂ ਜਾਣਾ ਹੈ ਜੀ ਨਹੀਂ मतलब कोई ऐसा गाहक नहीं है ਜਿਹੜਾ ਸੁਨਿਆਰੇ ਕੋਲੋਂ ਬਚ ਕੇ ਜਾਏ। नहीं जी, कोई नहीं ऐसा है। अच्छा सुनहरे को बच के नहीं जा सकता। वो मतलब वाकई बन के सुनहरे का सराफी का काम एक ऐसा काम है जो चलते ही एतमाद के ऊपर है। बहरहाल ये पूरे सराफा बाजार, पूरे पाकिस्तान के सराफा बाजार में इसी तरह ये रिवाज चलता है, जब आप लेने जाओ तो और रेट होते हैं, जब देने जाओ तो और रेट होते हैं। तो बिल्कुल भाई ने ठीक बातें बताई हैं आपको कि आप सुनहरे की छुरी से बच नहीं सकते हैं। और मेरा ये मतलब नहीं कहने का कि सुनहरे काम करना छोड़ देना, मतलब सुनहरे काम करें और जायज़ मुनाफा कमाना भी जो है वो हलाल है। यकीनी बात है, कारोबार करने बैठे हैं तो आपने मुनाफा भी कमाना है, लेकिन कोई जो महंगाई और उसको उसकी मुनासबत के साथ लोगों का ख्याल करते हुए तो थोड़ा सा मुनासिब जो बाज़ारों के असूल हैं, जैसा कि तोले बेमाशा पालिश और मजदूरी जो है वो हर चीज़ के हिसाब से वैसे होती है, वो पहले तय कर लें। अगर आप किसी सुनहरे के पास किसी भी सुनहरे के पास जा रहे हैं खरीदारी करने के लिए, तो कुछ चीज़ों से तय कर लें कि इसमें आपको खालिस सोना कितने ग्राम मिल रहा है, इसमें आपको मजदूरी कितनी लगाई गई है, इसमें आपके नगों का कितना वजन है, इसमें आपके पॉलिश कितनी लगाई गई है। और एक सबसे मतलब की बात कि पॉलिश पुलिश होता कुछ भी नहीं, ये भी सिर्फ एक ट्रिक ही है पैसे बनाने का। बाकी भी अल्लाह सबके कारोबार में बरकत डाल दे। अपना ख्याल रखिएगा। अल्लाह हाफिज़।